ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਅਸੀਂ ਦੇਖਿਆ ਨਾ ਪਹਿਲਾਂ 4.5 ਸਾਲ ਜੋ ਉਹਨਾਂ ਦੀ ਕਾਰਗੁਜ਼ਾਰੀ ਰਹੀ ਹੈ ਪੰਜਾਬ ਦੇ ਅੰਦਰ, ਕੁਝ ਮਤਲਬ ਕਿ ਇੰਨੀ ਹੈ ਨਹੀਂ ਸੀ ਕਿ ਆਪਾਂ ਉਹਨਾਂ ਦੇ ਜੋ ਕਿਹਾ ਉਹਨਾਂ 'ਤੇ ਵਿਸ਼ਵਾਸ ਕਰ ਸਕੀਏ। ਫਿਰ ਵੀ ਉਹ ਕਹਿ ਰਹੇ ਨੇ ਕਿ ਉਹ ਪੰਜਾਬ ਦੇ ਭਲੇ ਲਈ ਕੰਮ ਕਰਨਾ ਚਾਹੁੰਦੇ ਨੇ। ਬਹੁਤ ਸਾਰੇ ਲੋਕ ਉਹਨਾਂ ਨਾਲ ਜੁੜੇ ਹੋਏ ਨੇ, ਮਤਲਬ ਕਿ ਉਹਨਾਂ ਵੱਲੋਂ ਫਿਰ ਵੀ ਵਾਅਦੇ ਕੀਤੇ ਜਾ ਰਹੇ ਨੇ। ਤੁਸੀਂ ਇਸ ਸਭ ਬਾਰੇ ਕੀ ਕਹਿਣਾ ਚਾਹੋਗੇ? देखो 3-4 इशूज़ ਤੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜੇ ਮਤਲਬ ਇੱਕ ਇੱਕ ਕਰਕੇ ਆਪਾਂ ਡਿਸਕਸ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਕਿ ਵੀ ਜਿਹੜੀ ਉਹਨਾਂ ਦੀ ਛਵੀ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਫੈਕਟਸ ਕੁਝ ਹੋਰ ਨੇ ਔਰ ਡਿਸਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਨਾ। ਜਿਹੜੇ ਉਹਨਾਂ ਨੇ 4.5 ਸਾਲ ਦੇ ਵਿੱਚ ਕੰਮ ਕੀਤੇ ਹੈ ਉਹ ਕੰਮਾਂ ਬਾਰੇ ਗਲਤ ਰਿਪੋਰਟਿੰਗ ਹੋ ਰਹੀ ਹੈ ਜਾਂ ਗਲਤ ਬਿਆਨਬਾਜ਼ੀ ਹੋ ਰਹੀ ਹੈ। ਇਸ ਨੂੰ ਉਹਨਾਂ ਨੇ ਪੂਰਾ ਕਲੈਰੀਫਾਈ ਕਰਨ ਵਾਸਤੇ ਇੱਕ ਬਹੁਤ ਵੱਡਾ ਪੁਲਿੰਦਾ ਤਿਆਰ ਕੀਤਾ ਵੀ ਆਪਣੇ ਉਹਨਾਂ ਨੇ ਪਿਛਲੇ 4.5 ਸਾਲਾਂ ਦੇ ਵਿੱਚ ਕਿੰਨੀਆਂ ਕੈਬਨਿਟ ਮੀਟਿੰਗਾਂ ਕੀਤੀਆਂ, ਉਹਦੇ 'ਚ ਕੀ ਫੈਸਲੇ ਲਏ, ਉਹ ਫੈਸਲਿਆਂ ਦੀ ਸਥਿਤੀ ਕੀ ਹੈ, ਕਿਹੜੇ ਵਿਧਾਨ ਸਭਾ 'ਚ ਗਏ, ਵਿਧਾਨ ਸਭਾ 'ਚ ਬਿੱਲ ਬਣੇ, ਕਾਨੂੰਨ ਪਾਸ ਹੋਏ, ਸਭ ਕੁਝ ਹੋਇਆ। ਇੱਕ ਤਾਂ ਉਹ ਲੰਬਾ ਚੌੜਾ ਚੈਪਟਰ ਹੈ ਜਿਹੜਾ ਉਹਨਾਂ ਨੇ ਕੁਝ ਇੱਕ ਮਿੰਟਾਂ ਦੇ ਵਿੱਚ ਆਪਣਾ ਉਹ ਚੈਪਟਰ ਉਹਨਾਂ ਨੇ ਕਲੋਜ਼ ਕੀਤਾ। BSF ਦੇ ਉੱਤੇ ਕੈਪਟਨ ਅਮਰਿੰਦਰ ਦਾ ਜਿਹੜਾ ਮਤਲਬ ਪੁਆਇੰਟ ਹੈ, ਵਿਊ ਪੁਆਇੰਟ ਹੈ, ਉਹ ਅਲੱਗ ਹੈ ਸਾਰੀਆਂ ਪਾਰਟੀਆਂ ਦੇ ਨਾਲੋਂ। ਉਹਨਾਂ ਨੇ ਕਿਹਾ ਵੀ ਉਹ ਕਿਉਂਕਿ ਪਿਛਲੇ 4.5 ਸਾਲ ਤੋਂ ਮੁੱਖ ਮੰਤਰੀ ਵੀ ਰਹੇ ਨੇ, ਗ੍ਰਹਿ ਮੰਤਰੀ ਵੀ ਰਹੇ ਨੇ, ਇਸ ਕਰਕੇ ਉਹਨਾਂ ਨੂੰ ਲਗਾਤਾਰ ਪਾਕਿਸਤਾਨ ਸਾਈਡ ਤੋਂ ਹੋਣ ਵਾਲੀਆਂ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੇ ਉਹਦੇ ਬਾਰੇ ਕਾਫੀ ਜਾਣਕਾਰੀ ਹੈ। ਔਰ ਉਹਨਾਂ ਨੇ ਇਸ ਬਾਰੇ ਟਾਈਮ ਟੂ ਟਾਈਮ ਸੈਂਟਰਲ ਦੇ ਹੋਮ ਮਿਨਿਸਟਰ ਨਾਲ ਵੀ ਗੱਲਬਾਤ ਕੀਤੀ ਹੈ, ਪ੍ਰਾਈਮ ਮਿਨਿਸਟਰ ਨਾਲ ਵੀ ਗੱਲਬਾਤ ਕੀਤੀ ਹੈ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨਾਲ ਵੀ ਗੱਲਬਾਤ ਕੀਤੀ ਹੈ। ਕਈ ਵਾਰੀ ਗੱਲਾਂ ਇਸ 'ਤੇ ਹੋਈਆਂ ਨੇ ਕਿ ਪਾਕਿਸਤਾਨ ਸਾਈਡ ਤੋਂ ਡਰੋਨ ਜਿਹੜੇ ਹੈਗੇ ਆ ਉਹ ਲਗਾਤਾਰ ਇੱਧਰ ਆ ਰਹੇ ਔਰ ਉਹ ਚਾਈਨੀਜ਼ ਡਰੋਨ ਨੇ ਜਿਹੜੇ ਲਗਾਤਾਰ ਆਪਣੀ क्षमता भी ਵਧਾ ਰਹੇ, ਯਾਨੀ ਕਿ ਇੱਕ ਤਾਂ ਉਹਨਾਂ ਦੀ ਰੇਂਜ ਵੱਧ ਰਹੀ ਹੈ। ਪਹਿਲਾਂ ਉਹ ਮਤਲਬ 1 ਕਿਲੋ 2 ਕਿਲੋਮੀਟਰ ਤੱਕ ਆਉਂਦੇ ਸੀ, ਫਿਰ ਉਹ 12-13 ਕਿਲੋਮੀਟਰ ਤੱਕ ਆਉਣ ਲੱਗ ਗਏ, ਹੁਣ ਉਹ 31 ਕਿਲੋਮੀਟਰ ਤੱਕ ਵੀ ਅੰਦਰ ਆ ਗਏ ਆ। ਅਸੀਂ ਕੇਂਦਰ ਦੇ ਗੁਲਾਮ ਥੋੜ੍ਹੀ ਹਾਂ, ਜਾਂ ਕੇਂਦਰ ਸਰਕਾਰ ਜਿਹੜੀ ਹੈ ਉਹ ਸਾਡੀ ਮਾਲਕ ਹੈ ਅਤੇ ਅਸੀਂ ਉਹਦੇ ਗੁਲਾਮ ਹੈ। ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈ। ਸਾਡੇ ਉੱਤੇ ਫੈਡਰਲ ਸਿਸਟਮ ਹੈ ਵੀ ਕੁਝ ਹਿੱਸਾ ਸਾਡਾ ਹੈ, ਕੁਝ ਹਿੱਸਾ ਤੁਹਾਡਾ ਹੈ। ਜਿਸ ਕੁਝ ਹਿੱਸੇ 'ਤੇ ਇਸ ਤਰ੍ਹਾਂ ਦਾ ਹੈ ਵੀ ਜਿੱਥੇ ਅਸੀਂ ਦੋਨਾਂ ਦਾ ਹੈ ਉੱਥੇ ਅਸੀਂ ਆਪਸੀ ਸਹਿਯੋਗ ਨਾਲ ਗੱਲ ਕਰਾਂਗੇ। ਹੁਣ ਮੰਨ ਲਓ ਇੱਥੇ ਬਾਰਡਰ ਦੀ ਸਿਕਿਉਰਿਟੀ ਹੈ, ਉਹ ਸੈਂਟਰ ਗੌਰਮੈਂਟ ਨੇ ਆਪਣੇ ਹੱਥਾਂ 'ਚ ਲਿੱਤੀ ਹੋਈ ਹੈ, ਪਰ ਉੱਥੇ ਸਾਰਾ ਸਹਿਯੋਗ ਤਾਂ ਸਟੇਟ ਗੌਰਮੈਂਟਾਂ ਹੀ ਕਰਦੀਆਂ। ਗਵਰਨਮੈਂਟ ਆਫ ਇੰਡੀਆ ਕਹਿ ਰਹੀ ਹੈ ਵੀ ਸਾਨੂੰ ਕੰਟਰੀ ਨੂੰ ਲਗਾਤਾਰ ਖਤਰੇ ਵੱਧ ਰਹੇ ਨੇ। ਪਰ ਤੁਸੀਂ ਦੇਖਿਆ ਹੀ ਹੋਣਾ ਕਿ ਹੁਣ ਲਗਾਤਾਰ ਪਿਛਲੇ ਕਈ ਉਹਨਾਂ ਤੋਂ ਡਰੋਨਸ ਆ ਰਹੇ ਹੈ, ਉਹ ਹਥਿਆਰ ਲੈ ਕੇ ਆ ਰਹੇ ਹੈ। ਇੱਥੇ ਵੀ ਅਸੀਂ ਕਮਜ਼ੋਰ ਨਹੀਂ ਸਾਬਿਤ ਹੋ ਰਹੇ ਵੀ ਅਗਰ ਕੋਈ ਮਤਲਬ ਕੰਟਰੀ ਇੰਨੇ ਭਾਰੇ ਹਥਿਆਰ ਲਿਆ ਕੇ 30 ਕਿਲੋਮੀਟਰ ਤੱਕ ਸਾਡੇ ਅੰਦਰ ਵੀ ਵੜ ਜਾਂਦਾ ਹੈ ਔਰ ਸਾਨੂੰ ਪਤਾ ਨਹੀਂ ਚੱਲ ਰਿਹਾ, ਫਿਰ ਸਾਡੀ ਬਾਰਡਰ ਦੇ ਉੱਤੇ ਸਿਕਿਉਰਿਟੀ ਫੋਰਸਿਸ ਬੈਠੀਆਂ ਨੇ ਜਾਂ ਸਾਡੀਆਂ ਸੈਨਾਵਾਂ ਬੈਠੀਆਂ ਨੇ, ਉਹ ਫਿਰ ਕੀ ਕਰ ਰਹੀਆਂ ਨੇ? ਜਦੋਂ ਇਹ ਸਵਾਲ ਨੇ ਜਿਨ੍ਹਾਂ ਨੂੰ ਲੈ ਕੇ ਕੈਪਟਨ ਸਾਹਿਬ ਦੇ ਉੱਤੇ ਹਮਲੇ ਹੋ ਰਹੇ ਆ, ਜਿਹੜਾ ਉਹਨਾਂ ਨੂੰ ਮੁੱਖ ਮੰਤਰੀ ਦੇ ਪਦ ਤੋਂ ਹਟਾਇਆ ਗਿਆ ਹੈ, ਉਹ ਇਹ ਇਸ਼ੂਜ਼ ਨੇ। ਉਹਨਾਂ ਦੇ ਉੱਤੇ ਕੀ ਕੀਤਾ ਉਸ ਦੇ ਉੱਤੇ ਤਾਂ ਇਸ ਪੂਰੇ ਡਾਕੂਮੈਂਟ ਦੇ ਵਿੱਚ ਕੋਈ ਜਵਾਬ ਨਹੀਂ ਹੈ। ਉਹਨਾਂ ਨੇ ਕਹਿਤਾ ਕਿ STF ਬਣਾਤੀ। STF ਬਣਾਉਣਾ ਹੀ ਇਕੱਲਾ ਇੱਕ ਉਹ ਸੀਗਾ। STF ਨੇ ਕੀਤਾ ਕੀ? ਜਿਹੜਾ STF ਨੇ ਕਰਤਾ ਉਹ ਅਦਾਲਤ ਤੱਕ ਲੈ ਕੇ ਕਿਉਂ ਨਹੀਂ ਗਏ? ਕਿਉਂ ਨਹੀਂ ਤੁਹਾਡਾ ਐਡਵੋਕੇਟ ਜਨਰਲ ਜਿਹੜਾ ਹੈਗਾ 3.5 ਸਾਲ ਦੇ ਵਿੱਚ ਉਸ ਰਿਪੋਰਟ ਨੂੰ ਖੁਲਵਾ ਸਕਿਆ? ਜੋ ਰਿਪੋਰਟ ਖੁੱਲ੍ਹ ਜਾਂਦੀ, ਪਬਲਿਕ ਦੇ ਸਾਹਮਣੇ ਨਸ਼ਰ ਹੋ ਜਾਂਦੀ, ਤਾਂ ਪਤਾ ਚੱਲ ਜਾਣਾ ਸੀ ਕਿ ਕੌਣ ਲੋਕ ਇਨਵੋਲਵ ਨੇ, ਕਿੰਨਾਂ ਦੀਆਂ ਬਾਰੇ ਜਿਹੜੀ STF ਦੇ ਵਿੱਚ ਉਹਨਾਂ ਨੇ ਕਿਹਾ, ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਇਸ਼ੂਜ਼ ਦੇ ਉੱਤੇ ਇਹਨਾਂ ਬੰਦਿਆਂ ਦੇ ਉੱਤੇ ਹੋਰ ਗਹਿਨਤਾ ਨਾਲ ਜਾਂਚ ਕਰਨ ਦੀ ਲੋੜ ਹੈ। ਇਹ ਸਭ ਸਾਹਮਣੇ ਆਉਣਾ ਚਾਹੀਦਾ ਸੀ। ਪ੍ਰਾਈਵੇਟ ਬਿਜਲੀ ਸੈਕਟਰ ਨਾਲ ਜਿਹੜੀ ਸਮਝੌਤੇ ਹੋਏ, ਕਾਂਗਰਸ ਨੇ ਆਪਣੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨੂੰ ਇਹ ਗੱਲ ਕਹੀ ਕਿ ਉਹ ਇਹ ਸਾਰੇ ਸਮਝੌਤੇ ਰੱਦ ਕਰਨਗੇ। ਪੂਰੇ 4.5 ਸਾਲ ਹੋ ਗਏ। ਇਹਨਾਂ 4.5 ਸਾਲਾਂ ਦੇ ਵਿੱਚ
ਪਹਿਲਾਂ ਤਾਂ ਕੈਪਟਨ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਉਦੋਂ ਵੀ ਇਹ ਸਵਾਲ ਆਇਆ ਸੀ ਤਾਂ ਉਹਨਾਂ ਨੇ ਕਹਿਤਾ ਸੀ ਵੀ ਇਹ ਸਮਝੌਤੇ ਰੱਦ ਨਹੀਂ ਹੋਣਗੇ, ਕਿਉਂਕਿ ਅਗਰ ਅਸੀਂ ਇਹਨੂੰ ਰੱਦ ਕਰਦੇ ਹਾਂ ਤਾਂ ਇਹਦਾ ਅਸਰ ਜਿਹੜਾ ਹੈਗਾ ਪੰਜਾਬ ਦੀ ਇਨਵੈਸਟਮੈਂਟ ਤੇ ਪਏਗਾ। ਪੰਜਾਬ ਦੇ ਵਿੱਚ ਕੋਈ ਵੱਡਾ ਘਰਾਣਾ ਜਿਹੜਾ ਹੈਗਾ ਉਹ ਇਨਵੈਸਟ ਨਹੀਂ ਕਰੇਗਾ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਜਸਬੀਰ ਸਿੰਘ ਸਵਾਗਤ ਕਰਦਾ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੈਸ਼ਲ ਰਿਪੋਰਟ। ਇਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਦੇ ਹਾਂ ਪੰਜਾਬ ਨਾਲ ਜੁੜੇ ਕੁਝ ਅਹਿਮ ਮੁੱਦਿਆਂ ਦੇ ਬਾਰੇ ਵਿੱਚ, ਜਿਨ੍ਹਾਂ ਬਾਰੇ ਵਿਸਥਾਰ ਨਾਲ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ ਜੀ। ਸਰ, ਬਹੁਤ ਸਵਾਗਤ ਹੈ ਤੁਹਾਡਾ ਜੀ। ਥੈਂਕ ਯੂ। ਹਾਂ ਸਰ, ਆਪਾਂ ਜੋ ਅੱਜ ਦਾ ਅਹਿਮ ਮੁੱਦਾ ਹੈ ਉਹ ਹੈ ਜੋ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਅਸੀਂ ਦੇਖਿਆ ਨਾ, ਪਹਿਲਾਂ 4.5 ਸਾਲ ਜੋ ਉਹਨਾਂ ਦੀ ਕਾਰਗੁਜ਼ਾਰੀ ਰਹੀ ਹੈ ਪੰਜਾਬ ਦੇ ਅੰਦਰ, ਕੁਝ ਮਤਲਬ ਕਿ ਇੰਨੀ ਹੈ ਨਹੀਂ ਸੀ ਕਿ ਆਪਾਂ ਉਹਨਾਂ ਦੇ ਜੋ ਕਿਹਾ ਉਹਨਾਂ 'ਤੇ ਵਿਸ਼ਵਾਸ ਕਰ ਸਕੀਏ। ਫਿਰ ਵੀ ਉਹ ਕਹਿ ਰਹੇ ਨੇ ਕਿ ਉਹ ਪੰਜਾਬ ਦੇ ਭਲੇ ਲਈ ਕੰਮ ਕਰਨਾ ਚਾਹੁੰਦੇ ਨੇ। ਬਹੁਤ ਸਾਰੇ ਲੋਕ ਉਹਨਾਂ ਨਾਲ ਜੁੜੇ ਹੋਏ ਨੇ, ਮਤਲਬ ਕਿ ਉਹਨਾਂ ਵੱਲੋਂ ਫਿਰ ਵੀ ਵਾਅਦੇ ਕੀਤੇ ਜਾ ਰਹੇ ਨੇ। ਤੁਸੀਂ ਇਸ ਸਭ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, 3-4 ਇਸ਼ੂਜ਼ ਤੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਜਿਹੜੇ ਮਤਲਬ ਇੱਕ ਇੱਕ ਕਰਕੇ ਆਪਾਂ ਡਿਸਕਸ ਕਰ ਲੈਂਦੇ ਇਹਨਾਂ ਨੂੰ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਕਿ ਵੀ ਜਿਹੜੀ ਉਹਨਾਂ ਦੀ ਛਵੀ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਫੈਕਟਸ ਕੁਝ ਹੋਰ ਨੇ ਔਰ ਡਿਸਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਨਾ। ਜਿਹੜੇ ਉਹਨਾਂ ਨੇ 4.5 ਸਾਲ ਦੇ ਵਿੱਚ ਕੰਮ ਕੀਤੇ ਹੈ, ਉਹ ਕੰਮਾਂ ਬਾਰੇ ਗਲਤ ਰਿਪੋਰਟਿੰਗ ਹੋ ਰਹੀ ਹੈ ਜਾਂ ਗਲਤ ਬਿਆਨਬਾਜ਼ੀ ਹੋ ਰਹੀ ਹੈ। ਇਸ ਨੂੰ ਉਹਨਾਂ ਨੇ ਪੂਰਾ ਕਲੈਰੀਫਾਈ ਕਰਨ ਵਾਸਤੇ ਇੱਕ ਬਹੁਤ ਵੱਡਾ ਪੁਲਿੰਦਾ ਤਿਆਰ ਕੀਤਾ ਵੀ ਉਹਨਾਂ ਨੇ ਪਿਛਲੇ 4.5 ਸਾਲਾਂ ਦੇ ਵਿੱਚ ਕਿੰਨੀਆਂ ਕੈਬਨਿਟ ਮੀਟਿੰਗਾਂ ਕੀਤੀਆਂ, ਉਹਦੇ 'ਚ ਕੀ ਕੀ ਫੈਸਲੇ ਲਏ, ਉਹ ਫੈਸਲਿਆਂ ਦੀ ਸਥਿਤੀ ਕੀ ਹੈ, ਕਿਹੜੇ ਵਿਧਾਨ ਸਭਾ 'ਚ ਗਏ, ਵਿਧਾਨ ਸਭਾ 'ਚ ਬਿੱਲ ਬਣੇ, ਕਾਨੂੰਨ ਪਾਸ ਹੋਏ, ਸਭ ਕੁਝ ਹੋਇਆ। ਇੱਕ ਤਾਂ ਉਹ ਲੰਬਾ ਚੌੜਾ ਚੈਪਟਰ ਹੈ ਜਿਹੜਾ ਉਹਨਾਂ ਨੇ ਕੁਝ ਇੱਕ ਮਿੰਟਾਂ ਦੇ ਵਿੱਚ ਆਪਣਾ ਉਹ ਚੈਪਟਰ ਉਹਨਾਂ ਨੇ ਕਲੋਜ਼ ਕੀਤਾ। ਫਿਰ ਉਹਨਾਂ ਨੇ ਕਿਹਾ ਜਿਹੜਾ ਉਹ ਆਪਣੀ ਅਲੱਗ ਪਾਰਟੀ ਬਣਾਉਣਗੇ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੂੰ ਹਿਊਮਿਲੇਟ ਕੀਤਾ ਕਾਂਗਰਸ ਨੇ। ਮਤਲਬ ਮੈਂ ਕਈ ਵਾਰੀ ਜਿਹੜੇ ਬੰਦੇ ਉਹਨਾਂ ਨੂੰ ਮਿਲਣ ਜਾ ਰਹੇ ਸੀ, ਬਾਰ-ਬਾਰ ਕਹਿ ਰਹੇ ਸੀ ਵੀ 18 29 ਪ੍ਰੋਗਰਾਮ ਨੇ, 18 29 ਪ੍ਰੋਗਰਾਮ ਨੇ। ਮੈਂ ਉਹਨਾਂ ਨੂੰ ਕਿਹਾ ਕਿ 18 29 ਪ੍ਰੋਗਰਾਮ ਦੱਸੋ ਕਿਹੜੇ ਨੇ, ਵੀ ਆਹ ਜਿਹੜੇ ਇਹ ਕਹਿ ਰਹੇ ਇਸ਼ੂ ਆਹ ਉਹਨਾਂ ਦੀ ਫੈਕਟਸ ਨੇ ਉਹਨਾਂ ਦੇ। ਤਾਂ ਕਹਿੰਦੇ ਫਿਰ ਗੱਲ ਕੀ ਹੈ ਵੀ ਫਿਰ ਤਾਂ ਖਤਮ ਹੋ। ਕਹਿੰਦਾ ਮੈਨੂੰ ਕੀ ਪਤਾ, ਇਹ ਤਾਂ ਤੁਸੀਂ ਦੱਸੋਗੇ ਨਾ। ਜਿਹੜੀ ਕਮੇਟੀ ਹੈ ਉਹ ਮੈਨੂੰ ਬੁਲਾ ਰਹੀ ਹੈ, ਮੈਂ ਤਾਂ ਤੁਹਾਨੂੰ ਦੱਸਤਾ ਵੀ ਇਹਦੇ 'ਚ ਤਾਂ ਕੁਛ ਨਹੀਂ ਹੈ। ਉਹਨਾਂ ਨੇ ਕਿਹਾ ਵੀ ਸੋਨੀਆ ਗਾਂਧੀ ਨੂੰ ਵੀ ਉਹਨਾਂ ਨੇ ਕਿਹਾ ਇਹੀ ਗੱਲ, ਵੀ ਸੋਨੀਆ ਗਾਂਧੀ ਨੂੰ ਵੀ ਮੈਂ ਉਹਨਾਂ ਦੇ ਸਾਹਮਣੇ ਵੀ ਇਹ ਚੀਜ਼ਾਂ ਰੱਖੀਆਂ ਵੀ ਉਹ ਚੀਜ਼ਾਂ ਹੈ ਨਹੀਂ ਹੈ ਜੋ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ। ਤੀਸਰੀ ਉਹਨਾਂ ਨੇ ਗੱਲ ਕਹੀ ਵੀ ਇਸ ਤੋਂ ਬਾਵਜੂਦ ਵੀ, ਜਦਕਿ ਮੈਂ ਸਾਰਾ ਸੈਟਿਸਫਾਈ ਕਰਤਾ ਸੀ ਉਹਨਾਂ ਨੂੰ ਸਾਰਿਆਂ ਨੂੰ, ਜਿਹੜੇ 18 29 ਪ੍ਰੋਗਰਾਮਾਂ ਦੀ ਗੱਲ ਕੀਤੀ ਜਾ ਰਹੀ ਸੀ, ਉਹ 18 ਦੇ 18 ਮੈਂ ਕਹਿਤੇ ਸੀ ਉਹਨਾਂ ਨੂੰ ਵੀ ਉਹਦੇ 'ਤੇ ਕੋਈ ਸਰਕਾਰ ਪਹਿਲਾਂ ਤੋਂ ਹੀ ਕੰਮ ਕਰ ਰਹੀ ਹੈ। ਇਸ ਤੋਂ ਬਾਵਜੂਦ ਵੀ ਉਹਨਾਂ ਨੇ ਮੇਰੀ ਗੱਲ ਮੰਨੀ ਨਹੀਂ ਔਰ ਮੈਨੂੰ ਆਨੇ ਬਹਾਨੇ ਸਿਰ ਹਟਾਤਾ। ਤੀਸਰੀ ਉਹਨਾਂ ਨੇ ਗੱਲ ਕਹੀ ਫਿਰ ਵੀ ਇਹ ਜਿਹੜੀ ਇਸ ਹਿਊਮਿਲੇਸ਼ਨ ਦੇ ਖਿਲਾਫ ਉਹ ਜਿਹੜਾ ਹੈਗਾ ਆਪਣੀ ਅਲੱਗ ਤੋਂ ਪਾਰਟੀ ਬਣਾਉਣਗੇ ਔਰ ਸਾਰੀਆਂ ਸੀਟਾਂ 'ਤੇ ਤਕਰੀਬਨ ਇਲੈਕਸ਼ਨ ਲੜਨਗੇ। ਜਿਨ੍ਹਾਂ ਸੀਟਾਂ 'ਤੇ ਇਲੈਕਸ਼ਨ ਨਹੀਂ ਲੜਨਗੇ ਤਾਂ ਉਹ ਚਾਹੇ ਤਾਂ ਉਹ ਭਾਜਪਾ ਨਾਲ ਸੀਟ ਸ਼ੇਅਰਿੰਗ ਕਰਨ, ਚਾਹੇ ਉਹ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਜਿਹੜੀ ਪਾਰਟੀ ਹੈ ਉਹਨਾਂ ਦੇ ਨਾਲ ਸੀਟ ਸ਼ੇਅਰਿੰਗ ਕਰਨ। ਉਹਨਾਂ ਨਾਲ ਸੀਟ ਸ਼ੇਅਰਿੰਗ ਕਰਕੇ ਆਪਣੀ ਇਲੈਕਸ਼ਨ ਦੇ ਵਿੱਚ ਉਤਰਨਗੇ। ਚੌਥਾ ਉਹਨਾਂ ਨੇ ਜਿਹੜਾ ਪੁਆਇੰਟ ਸਭ ਤੋਂ ਇੰਪੋਰਟੈਂਟ ਕਿਹਾ, ਉਹ ਕਿਉਂਕਿ ਇਸ ਟਾਈਮ ਇਸ਼ੂ ਵੀ ਬਣਿਆ ਹੋਇਆ ਔਰ ਤੁਸੀਂ ਦੇਖਿਓ ਵੀ ਅੱਜ ਸੇਮ ਪੁਆਇੰਟ ਉਹ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਲੁਧਿਆਣੇ ਦੇ ਵਿੱਚ ਕਿਹਾ, ਮੁੱਖ ਮੰਤਰੀ ਹੈ ਜਿਹੜੇ, ਉਹਨਾਂ ਨੇ ਕਿਹਾ ਵੀ ਅਸੀਂ 8 ਨਵੰਬਰ ਨੂੰ ਇੱਕ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਵਾਂਗੇ, ਜਿਹਦੇ ਵਿੱਚ ਜਿਹੜਾ BSF ਦਾ ਦਾਇਰਾ ਮਤਲਬ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰਤਾ ਗਿਆ, ਉਹ ਜਿਹੜਾ ਹੈਗਾ ਇਸ਼ੂ, ਉਹਦੇ ਉੱਤੇ ਉਹ ਸੈਸ਼ਨ ਹੋਏਗਾ। ਇਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਆਪਣਾ ਪੱਖ ਅੱਜ ਰੱਖਿਆ। ਸੋ ਮੈਂ ਪਹਿਲੇ ਤੋਂ ਹੀ ਤੁਹਾਨੂੰ ਦੱਸ ਦਿੰਦਾ ਕਿ ਪਹਿਲਾ ਜਿਹੜਾ ਇਸ਼ੂ ਹੈ ਉਹਨਾਂ ਦਾ, ਇਹ 4 ਇਸ਼ੂ ਸੀ, ਆਪਾਂ ਚਾਰਾਂ 'ਤੇ ਗੱਲ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ BSF ਵਾਲਾ ਹੀ ਕਰ ਲਈਏ, ਕਿਉਂਕਿ ਉਹ ਜਿਹੜਾ CM ਸਾਹਿਬ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਔਰ ਇੰਪੋਰਟੈਂਟ ਇਸ਼ੂ ਹੈ। BSF ਦੇ ਉੱਤੇ ਕੈਪਟਨ ਅਮਰਿੰਦਰ ਦਾ ਜਿਹੜਾ ਮਤਲਬ ਪੁਆਇੰਟ ਹੈ, ਵਿਊ ਪੁਆਇੰਟ ਹੈ, ਉਹ ਅਲੱਗ ਹੈ ਸਾਰੀਆਂ ਪਾਰਟੀਆਂ ਦੇ ਨਾਲੋਂ। ਉਹਨਾਂ ਨੇ ਕਿਹਾ ਵੀ ਉਹ ਕਿਉਂਕਿ ਪਿਛਲੇ 4.5 ਸਾਲ ਤੋਂ ਮੁੱਖ ਮੰਤਰੀ ਵੀ ਰਹੇ ਨੇ, ਗ੍ਰਹਿ ਮੰਤਰੀ ਵੀ ਰਹੇ ਨੇ, ਇਸ ਕਰਕੇ ਉਹਨਾਂ ਨੂੰ ਲਗਾਤਾਰ ਪਾਕਿਸਤਾਨ ਸਾਈਡ ਤੋਂ ਹੋਣ ਵਾਲੀਆਂ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੇ ਉਹਦੇ ਬਾਰੇ ਕਾਫੀ ਜਾਣਕਾਰੀ ਹੈ ਔਰ ਉਹਨਾਂ ਨੇ ਇਸ ਬਾਰੇ ਟਾਈਮ ਟੂ ਟਾਈਮ ਸੈਂਟਰਲ ਦੇ ਹੋਮ ਮਿਨਿਸਟਰ ਨਾਲ ਵੀ ਗੱਲਬਾਤ ਕੀਤੀ ਹੈ, ਪ੍ਰਾਈਮ ਮਿਨਿਸਟਰ ਨਾਲ ਵੀ ਗੱਲਬਾਤ ਕੀਤੀ ਹੈ,
ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨਾਲ ਵੀ ਗੱਲਬਾਤ ਕੀਤੀ ਹੈ, ਕਈ ਵਾਰੀ ਗੱਲਾਂ ਇਸ 'ਤੇ ਹੋਈਆਂ ਨੇ ਕਿ ਪਾਕਿਸਤਾਨ ਸਾਈਡ ਤੋਂ ਡਰੋਨ ਜਿਹੜੇ ਹੈਗੇ ਆ ਉਹ ਲਗਾਤਾਰ ਇੱਧਰ ਆ ਰਹੇ ਔਰ ਉਹ ਚਾਈਨੀਜ਼ ਡਰੋਨ ਨੇ ਜਿਹੜੇ ਲਗਾਤਾਰ ਆਪਣੀ ਖਮਤਾ ਵੀ ਵਧਾ ਰਹੇ, ਯਾਨੀ ਕਿ ਇੱਕ ਤਾਂ ਉਹਨਾਂ ਦੀ ਰੇਂਜ ਵੱਧ ਰਹੀ ਹੈ। ਪਹਿਲਾਂ ਉਹ ਮਤਲਬ 1 ਕਿਲੋ 2 ਕਿਲੋਮੀਟਰ ਤੱਕ ਆਉਂਦੇ ਸੀ, ਫਿਰ ਉਹ 12-13 ਕਿਲੋਮੀਟਰ ਤੱਕ ਆਉਣ ਲੱਗ ਗਏ, ਹੁਣ ਉਹ 31 ਕਿਲੋਮੀਟਰ ਤੱਕ ਵੀ ਅੰਦਰ ਆ ਗਏ ਹੈ। ਤਾਂ ਉੱਥੇ ਆ ਕੇ ਉਹਨਾਂ ਦੇ ਵਿੱਚ GPS ਸਿਸਟਮ ਲੱਗੇ ਹੋਏ ਨੇ, ਪੂਰਾ ਫੀਡ ਕੀਤਾ ਜਾਂਦਾ ਹੈ ਕਿ ਕਿੱਥੇ ਉਹਨਾਂ ਨੇ ਹਥਿਆਰ ਜਾਂ ਡਰੱਗਸ ਜੋ ਵੀ ਚੀਜ਼ਾਂ ਨੇ ਉਹ ਕਿੱਥੇ ਸਿੱਟਣੀਆਂ ਨੇ, ਉਹ ਸਾਰਾ ਉਹਦੇ ਵਿੱਚ ਫੀਡ ਕਰ ਦਿੰਦੇ ਆ ਔਰ ਫੀਡ ਕਰਕੇ ਉਹ ਮਤਲਬ ਜਿਹੜਾ ਹੈਗਾ ਉਹਨੂੰ ਛੋੜ ਦਿੰਦੇ ਆ ਅਤੇ ਉਹ ਇੱਥੇ ਆ ਕੇ ਸੜ ਜਾਂਦਾ ਹੈ। ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਸਾਨੂੰ ਇਹਦੇ ਬਾਰੇ ਕੁਝ ਨਹੀਂ ਸੀ ਪਤਾ ਚੱਲ ਰਿਹਾ, ਸਾਨੂੰ ਸਿਰਫ ਹਥਿਆਰ ਮਿਲ ਰਹੇ ਸੀ, ਇਹ ਨਹੀਂ ਸੀ ਪਤਾ ਚੱਲ ਰਿਹਾ ਕਿ ਉਹ ਸਿੱਟ ਕੇ ਕੌਣ ਗਿਆ, ਕਿੱਥੋਂ ਆਏ ਨੇ। ਪਹਿਲਾਂ ਤੁਸੀਂ ਦੇਖਿਆ ਹੋਣਾ, ਅਗਰ ਜਿਹੜੀ ਉਹ ਕੰਟੀਲੀ ਤਾਰ ਲੱਗੀ ਹੋਈ ਹੈ ਸਾਡੀ ਬਾਰਡਰ 'ਤੇ ਫੈਂਸਿੰਗ ਹੋਈ ਹੈ, ਉਹਦੇ ਥੱਲੇ ਬਹੁਤ ਜਗ੍ਹਾ 'ਤੇ ਸੁਰੰਗਾਂ ਵੀ ਬਣੀਆਂ ਹੋਈਆਂ ਨੇ, ਜਿੱਥੋਂ ਮਤਲਬ 1-1 2-2 ਬੰਦੇ ਨਿਕਲ ਕੇ ਮਤਲਬ ਆ ਜਾਂਦੇ ਆ ਔਰ ਇੱਥੇ ਡਰੱਗਸ ਜਾਂ ਮਤਲਬ ਹਥਿਆਰ ਕੁਝ ਵੀ ਜਿਹੜੇ ਹੈਗੀਆਂ ਚੀਜ਼ਾਂ ਉਹ ਸਿੱਟ ਕੇ ਚਲੇ ਜਾਂਦੇ ਆ, ਜਿਹੜੀਆਂ ਫਿਰ ਇੱਥੇ ਸਟੇਟ ਦੇ ਵਿੱਚ ਜਾਂ ਸਟੇਟ ਤੋਂ ਬਾਹਰ ਜਿਹੜੇ ਹੋਰ ਥਾਵਾਂ ਹੈਗੀਆਂ ਨੇ ਉਸ 'ਚ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਚਲਾਉਣ ਲਈ ਮਤਲਬ ਉਹ ਇਸਤੇਮਾਲ ਹੁੰਦੀਆਂ ਨੇ। ਅਤੇ ਉਹ ਕਹਿ ਰਹੇ ਸੀ ਵੀ ਇਹ ਇੱਕ ਇਸ਼ੂ ਕਿਉਂਕਿ ਬਾਰ-ਬਾਰ ਅਸੀਂ ਡਿਸਕਸ ਕਰ ਰਹੇ ਸੀ, ਇਸ ਕਰਕੇ ਸੈਂਟਰ ਗੌਰਮੈਂਟ ਨੇ ਜਿਹੜਾ ਹੈਗਾ ਇਹਦੇ ਉੱਤੇ ਮਤਲਬ ਇੱਕ ਸਟੈਪ ਅੱਗੇ ਹੋਰ ਲੈਂਦੇ ਹੋਏ BSF ਦਾ ਦਾਇਰਾ ਵਧਾਤਾ ਹੈ। ਇਹਦਾ ਮਤਲਬ ਇਹ ਨਹੀਂ ਹੈਗਾ ਕਿ BSF ਜਿਹੜੀ ਹੈ ਉਹ ਸਾਡੀ ਐਡਮਿਨਿਸਟ੍ਰੇਸ਼ਨ ਨੂੰ ਟੇਕ ਓਵਰ ਕਰ ਲਈ ਹੈ। BSF ਦਾ ਦਾਇਰਾ ਵਧਾਤਾ ਹੈ ਕਿ ਉਹ ਜਦੋਂ ਕਿਸੇ ਨੂੰ ਚੇਜ਼ ਕਰਨਗੇ ਤਾਂ 50 ਕਿਲੋਮੀਟਰ ਤੱਕ ਵੀ ਆ ਸਕਦੇ ਆ। ਇੱਥੇ ਕੰਮ ਪੰਜਾਬ ਪੁਲਿਸ ਨੇ ਹੀ ਕਰਨਾ ਹੈ। ਪੰਜਾਬ ਪੁਲਿਸ ਨੂੰ ਲੱਗੇਗਾ ਕਿ ਵੀ ਅਗਰ ਉਹਨਾਂ ਤੋਂ ਗੱਲ ਬਾਹਰ ਹੁੰਦੀ ਜਾ ਰਹੀ ਹੈ ਤਾਂ ਉਹ BSF ਤੋਂ ਮਦਦ ਲੈ ਸਕਦੇ ਆ। ਜਿਹੜਾ ਮੇਰਾ ਪੁਆਇੰਟ ਹੈ ਮਤਲਬ ਜੋ ਮੈਂ ਸਮਝ ਰਿਹਾ ਹਾਂ ਕਿ ਜੋ ਕੈਪਟਨ ਸਾਹਿਬ ਇਹ ਗੱਲ ਕਹਿਣੀ ਚਾਹੁੰਦੇ ਆ, ਬਟ ਠੀਕ ਹੈ ਉਹ ਇੱਕ ਕਰ ਲੈਣ, ਅਗਰ ਇਸ ਤਰ੍ਹਾਂ ਦਾ ਹੈ ਵਧਾਉਣ 'ਚ ਵੀ ਕੋਈ ਹਰਜ ਨਹੀਂ, ਪਰ ਜਿੱਥੇ ਪ੍ਰੋਬਲਮ ਹੈ ਉਹ ਹੈ ਸਾਡੇ ਫੈਡਰਲਿਜ਼ਮ ਦੀ, ਕਿ ਕਿਸੇ ਸਟੇਟ ਦੇ ਉੱਤੇ ਤੁਸੀਂ ਕੋਈ ਕਾਨੂੰਨ ਲਾਗੂ ਕਰ ਰਹੇ ਹੋ ਔਰ ਉਸ ਸਟੇਟ ਨੂੰ ਪੁੱਛ ਨਹੀਂ ਰਹੇ ਹੋ। ਸਵਾਲ ਇਹ ਨਹੀਂ ਹੈ, ਇਹ ਹੈ ਕਿ ਅਸੀਂ ਕੇਂਦਰ ਦੇ ਗੁਲਾਮ ਥੋੜ੍ਹੀ ਹਾਂ, ਜਾਂ ਕੇਂਦਰ ਸਰਕਾਰ ਜਿਹੜੀ ਹੈ ਉਹ ਸਾਡੀ ਮਾਲਕ ਹੈ ਅਤੇ ਅਸੀਂ ਉਹਦੇ ਗੁਲਾਮ ਹੈ। ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈ। ਸਾਡੇ ਉੱਤੇ ਫੈਡਰਲ ਸਿਸਟਮ ਹੈ ਵੀ ਕੁਝ ਹਿੱਸਾ ਸਾਡਾ ਹੈ, ਕੁਝ ਹਿੱਸਾ ਤੁਹਾਡਾ ਹੈ। ਕੁਝ ਹਿੱਸੇ 'ਤੇ ਇਸ ਤਰ੍ਹਾਂ ਦਾ ਹੈ ਵੀ ਜਿੱਥੇ ਅਸੀਂ ਦੋਨਾਂ ਦਾ ਹੈ ਉੱਥੇ ਅਸੀਂ ਆਪਸੀ ਸਹਿਯੋਗ ਨਾਲ ਗੱਲ ਕਰਾਂਗੇ। ਹੁਣ ਮੰਨ ਲਓ ਇੱਥੇ ਬਾਰਡਰ ਦੀ ਸਿਕਿਉਰਿਟੀ ਹੈ, ਉਹ ਸੈਂਟਰ ਗੌਰਮੈਂਟ ਨੇ ਆਪਣੇ ਹੱਥਾਂ 'ਚ ਲਿੱਤੀ ਹੋਈ ਹੈ, ਪਰ ਉੱਥੇ ਸਾਰਾ ਸਹਿਯੋਗ ਤਾਂ ਸਟੇਟ ਗੌਰਮੈਂਟਾਂ ਹੀ ਕਰਦੀਆਂ। ਮਤਲਬ ਉੱਥੇ ਦੀ ਜਿਹੜੀ ਪੁਲਿਸਿੰਗ ਹੈ, ਜਿਹੜਾ ਬੰਦਾ ਫੜਨਗੇ ਉੱਥੇ ਦੀ ਲੋਕਲ ਪੁਲਿਸ ਨੂੰ ਦੇਣਗੇ। ਕੱਲ੍ਹ ਨੂੰ ਉਹ ਲੋਕਲ ਪੁਲਿਸ ਕਹਿਣਗੇ ਕਿ ਸਾਨੂੰ ਕੀ ਪਤਾ ਜੀ ਕਿਹੜਾ ਬੰਦਾ ਪਕੜੀ ਜਾਂਦਾ, ਸਾਨੂੰ ਤਾਂ ਇਸ ਚੀਜ਼ ਦਾ ਕੋਈ ਇਲਮ ਹੀ ਨਹੀਂ ਹੈ। ਇਹ ਜਿਹੜਾ ਹੁੰਦਾ ਸਹਿਯੋਗ ਨਾਲ ਹੁੰਦਾ। ਤਾਂ ਇਹ ਜਿਹੜਾ ਵਧਾਇਆ ਗਿਆ, ਇਹ 2011 ਦੇ ਵਿੱਚ ਵੀ ਐਕਟ ਜਿਹੜਾ ਹੈਗਾ ਆਇਆ ਸੀਗਾ, ਉਦੋਂ ਵੀ ਗੌਰਮੈਂਟ ਨੇ ਜਿਹੜੀ UPA ਦੀ ਗੌਰਮੈਂਟ ਹੈ ਉਦੋਂ ਇਹ ਪੇਸ਼ ਕੀਤਾ ਸੀ ਔਰ ਉਦੋਂ ਉਹਨਾਂ ਨੇ ਕਿਹਾ ਸਾਰੀਆਂ ਜਿਹੜੀਆਂ 13 ਸਟੇਟਾਂ ਨੇ ਜਿਹੜੀਆਂ ਕਿ ਕਿਸੇ ਨਾ ਕਿਸੇ ਹੋਰ ਕੰਟਰੀ ਨਾਲ ਲੱਗ ਰਹੀਆਂ ਨੇ, ਜਿਸ ਤਰ੍ਹਾਂ ਮਤਲਬ ਗੁਜਰਾਤ ਹੈ, ਰਾਜਸਥਾਨ ਹੈ, ਪੰਜਾਬ ਹੈ, ਹਰਿਆਣਾ ਹੈ, ਹਰਿਆਣਾ ਨਹੀਂ ਹੈ, ਉਸ ਤੋਂ ਬਾਅਦ ਤੁਹਾਡਾ ਪੰਜਾਬ ਆ ਗਿਆ, ਜੰਮੂ ਕਸ਼ਮੀਰ ਆ ਗਿਆ, ਫਿਰ ਇੱਧਰ ਉੱਤਰ ਪ੍ਰਦੇਸ਼ ਆ ਗਿਆ, ਹਿਮਾਚਲ ਆ ਗਿਆ। ਇਹ ਸਾਰੀਆਂ ਸਟੇਟਾਂ ਜਿਹੜੀਆਂ ਵੀ ਕਿਸੇ ਸਟੇਟ ਨਾਲ ਲੱਗਦੀਆਂ ਨੇ, ਕੰਟਰੀ ਨਾਲ ਹੋਰ ਲੱਗਦੀਆਂ ਨੇ, ਉਹਨਾਂ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਅਸੀਂ ਇਹਦਾ ਦਾਇਰਾ ਵਧਾਉਣਾ ਚਾਹੁੰਦੇ ਹਾਂ, ਤਾਂ ਤੁਸੀਂ ਆਪਣਾ ਇਹਦੇ 'ਤੇ ਪੱਖ ਰੱਖੋ। ਪਰ ਕਿਸੇ ਵੀ ਸਟੇਟ ਨੇ ਮਤਲਬ 13 ਸਟੇਟਾਂ ਨੂੰ ਉਹਨਾਂ ਨੇ ਭੇਜਿਆ, ਇਕੱਲੇ ਸਿੱਕਮ ਨੂੰ ਛੋੜ ਕੇ ਕਿਸੇ ਵੀ ਸਟੇਟ ਨੇ ਕੋਈ ਆਪਣਾ ਪੁਆਇੰਟ ਆਫ ਵਿਊ ਨਹੀਂ ਭੇਜਿਆ। ਜਿਹੜੀਆਂ ਸਟੇਟਾਂ ਅੱਜ ਰੌਲਾ ਪਾ ਰਹੀਆਂ ਨੇ ਕਿ ਜੀ ਸਾਡਾ ਫੈਡਰਲਿਜ਼ਮ 'ਤੇ ਧੱਕਾ ਹੋ ਗਿਆ, ਤਾਂ ਉਹਨਾਂ ਨੂੰ ਇਹ ਗੱਲ ਵੀ ਦੱਸਣੀ ਚਾਹੀਦੀ ਹੈ ਕਿ ਜਦੋਂ ਗਵਰਨਮੈਂਟ ਆਫ ਇੰਡੀਆ ਨੇ ਤੁਹਾਡੇ ਤੋਂ ਪੁੱਛਿਆ ਸੀਗਾ ਕਿ ਤੁਸੀਂ ਇਸ 'ਤੇ ਕੋਈ ਤੁਹਾਨੂੰ ਇਤਰਾਜ਼ ਹੈ ਜਾਂ ਤੁਹਾਡਾ ਕੋਈ ਪੱਖ ਹੈਗਾ ਤਾਂ ਤੁਸੀਂ ਰੱਖੋ, ਤਾਂ ਤੁਸੀਂ ਉਹ ਪੱਖ ਰੱਖਿਆ ਕਿਉਂ ਨਹੀਂ? ਇਹ ਸਵਾਲ ਉੱਠਦਾ ਹੈ। ਹੁਣ ਉਸ 'ਤੇ ਕੋਈ ਜਵਾਬ ਨਹੀਂ ਦੇ ਰਿਹਾ ਨਾ, ਤਾਂ ਕਿਉਂਕਿ ਉਹ ਟਾਈਮ 2011 ਤੋਂ 2021 ਆ ਗਿਆ, 10 ਸਾਲ ਬੀਤ ਚੁੱਕੇ ਆ, ਅਫਸਰ ਬਦਲ ਗਏ, ਨੇਤਾ ਬਦਲ ਗਏ, ਸਾਰੀਆਂ ਚੀਜ਼ਾਂ ਬਦਲ ਗਈਆਂ। ਇਸ ਕਰਕੇ ਕਿਸੇ ਨੂੰ ਯਾਦ ਹੀ ਨਹੀਂ ਹੈ ਕਿ ਬਈ ਇਹਨਾਂ ਨੇ ਤਾਂ ਜਵਾਬ ਹੀ ਨਹੀਂ ਦਿੱਤਾ ਹੋਇਆ, ਨਾ ਗਵਰਨਮੈਂਟ ਆਫ ਇੰਡੀਆ ਨੂੰ ਪਤਾ। ਅੱਛਾ, ਗਵਰਨਮੈਂਟ ਆਫ ਇੰਡੀਆ ਇਸ ਕਰਕੇ ਨਹੀਂ ਕਰ ਰਹੀ ਹੈ ਕਿਉਂਕਿ ਜਦੋਂ ਇਹ
ਚੀਜ਼ UPA ਗਵਰਨਮੈਂਟ ਲੈ ਕੇ ਆਈ ਸੀ ਉਦੋਂ BJP ਇਹਦਾ ਵਿਰੋਧ ਕਰ ਰਹੀ ਸੀ। ਹੁਣ ਉਹ ਕਿਸ ਮੂੰਹ ਨਾਲ ਕਹਿਣਗੇ ਇਹ ਤਾਂ ਤੁਸੀਂ ਹੀ, ਅਸੀਂ ਤਾਂ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਨੇ ਤਾਂ ਤੁਹਾਨੂੰ ਪਹਿਲਾਂ ਹੀ ਭੇਜਿਆ ਹੋਇਆ ਸੀਗਾ ਤੇ ਤੁਸੀਂ ਜਵਾਬ ਨਹੀਂ ਦਿੱਤਾ। ਸੋ ਇਹ ਮੈਨੂੰ ਜੋ ਲੱਗ ਰਿਹਾ ਹੈ ਵੀ ਇਹ ਜਿਹੜਾ ਵਿਰੋਧ ਕਰਕੇ ਵਿਰੋਧ ਹੋ ਰਿਹਾ ਵੀ ਕਿਉਂਕਿ ਅਸੀਂ ਵਿਰੋਧ 'ਚ ਹਾਂ। ਇੱਥੇ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਦੀ ਹੈ, ਸੈਂਟਰ ਦੇ ਵਿੱਚ BJP ਦੀ ਹੈ, ਇਸ ਕਰਕੇ ਅਸੀਂ ਵਿਰੋਧ ਕਰ ਰਹੇ ਹਾਂ। ਗੁਜਰਾਤ ਦੇ ਵਿੱਚ ਕੋਈ BJP ਦੀ ਸਰਕਾਰ ਹੈ ਤਾਂ ਉਹਨਾਂ ਨੂੰ ਕੋਈ ਵਿਰੋਧ ਵੀ ਨਹੀਂ ਹੈ। ਉੱਤਰ ਪ੍ਰਦੇਸ਼ ਨੂੰ ਕੋਈ ਵਿਰੋਧ ਨਹੀਂ ਹੈ, ਨੇਪਾਲ ਨਾਲ ਉਹਨਾਂ ਦੀ ਬਾਰਡਰ ਲੱਗਦੀ, ਉਹਨਾਂ ਨੂੰ ਕੋਈ ਵਿਰੋਧ ਨਹੀਂ ਹੈ। ਇਸ ਤਰ੍ਹਾਂ ਹੀ ਜਿਹੜੀਆਂ ਦੂਜੀਆਂ ਸਟੇਟਾਂ ਨੇ ਉਹਨਾਂ ਨੂੰ ਵੀ ਕੋਈ ਵਿਰੋਧ ਨਹੀਂ ਹੈ, ਪਰ ਪੰਜਾਬ ਨੂੰ ਹੈਗਾ। ਪਰ ਪੰਜਾਬ ਵਾਲੇ ਇਹ ਨਹੀਂ ਪੰਜਾਬ ਸਰਕਾਰ ਇਹ ਨਹੀਂ ਦੱਸ ਰਹੀ ਵੀ ਜਦੋਂ ਗਵਰਨਮੈਂਟ ਆਫ ਇੰਡੀਆ ਨੇ ਤੁਹਾਨੂੰ 2011 ਦੇ ਵਿੱਚ ਭੇਜਿਆ ਸੀ ਤਾਂ ਤੁਸੀਂ ਇਸ ਦਾ ਜਵਾਬ ਕਿਉਂ ਨਹੀਂ ਦਿੱਤਾ? ਤੁਸੀਂ ਉਦੋਂ ਕਿਉਂ ਨਹੀਂ ਆਪਣਾ ਇਤਰਾਜ਼ ਜਤਾਇਆ ਕਿ ਜੀ ਸਾਨੂੰ ਇਸ ਗੱਲ 'ਤੇ ਇਤਰਾਜ਼ ਹੈ, ਤੁਸੀਂ ਦਾਇਰਾ ਨਹੀਂ ਵਧਾ ਸਕਦੇ? ਇਹ ਮੈਨੂੰ ਇਹ ਲੱਗ ਰਿਹਾ ਵੀ ਇਹਦੇ ਉੱਤੇ ਬਹੁਤ ਡਿਸਕਸ਼ਨ ਦੀ ਲੋੜ ਹੈ। ਪਰ ਪ੍ਰੋਬਲਮ ਹੁਣ ਕੀ ਹੋ ਰਹੀ ਹੈ? ਪ੍ਰੋਬਲਮ ਇਹ ਹੈ ਕਿ ਵਿਧਾਨ ਸਭਾ ਦੇ ਵਿੱਚ ਅੱਜ ਉਹਨਾਂ ਨੇ ਕਿਹਾ ਸੈਸ਼ਨ ਬੁਲਾਵਾਂਗੇ ਅਸੀਂ। ਅੱਜ ਮੁੱਖ ਮੰਤਰੀ ਨੇ ਤੁਸੀਂ ਦੇਖੀ ਹੋਣੀ ਉਹਨਾਂ ਦੀ ਪ੍ਰੈਸ ਕਾਨਫਰੰਸ, ਉਹਨਾਂ ਨੇ ਕਿਹਾ ਕਿ ਅਸੀਂ 8 ਨਵੰਬਰ ਨੂੰ ਸਪੈਸ਼ਲ ਸੈਸ਼ਨ ਇਸ ਇਸ਼ੂ ਦੇ ਉੱਤੇ ਕਾਲ ਕਰਾਂਗੇ। ਹੁਣ ਉਹ ਇਸ਼ੂ ਦੇ ਉੱਤੇ 80 ਮੈਂਬਰ ਤਾਂ ਕਾਂਗਰਸ ਦੇ ਨੇ ਜਿਹੜੇ ਇਹਦਾ ਵਿਰੋਧ ਕਰ ਰਹੇ ਨੇ, 14 ਮੈਂਬਰ ਕਾਂਗਰਸ ਅਕਾਲੀ ਦਲ ਦੇ ਨੇ, ਉਹ ਵੀ ਵਿਰੋਧ ਕਰ ਰਹੇ ਨੇ, ਬਾਕੀ ਦੇ ਆਮ ਆਦਮੀ ਪਾਰਟੀ ਦੇ ਉਹ ਵੀ ਵਿਰੋਧ ਕਰ ਰਹੇ। ਤਾਂ BJP ਦੇ ਤਾਂ ਵਿਰੋਧੀ 2 ਹੈ, ਬੰਦੇ ਹੀ 2 ਨੇ ਉਹਨਾਂ ਦੇ, ਤਾਂ ਉਹ ਕੀ ਆਪਣਾ ਪੱਖ ਰੱਖਣਗੇ? ਔਰ ਤੁਸੀਂ ਦੇਖਿਓ ਕਿਉਂਕਿ ਨਾ ਤਾਂ ਇਸ ਇਸ਼ੂ ਦੇ ਜਿਹੜੀ ਸਰਵਦਲੀ ਬੈਠਕ ਬੁਲਾਈ ਹੈ BJP ਨੇ ਉਸ 'ਚ ਵੀ ਪਾਰਟੀਸਪੇਟ ਨਹੀਂ ਕੀਤਾ, ਅਤੇ ਉਹਨਾਂ ਦੇ ਜਿਹੜੇ ਉਹ 2 ਬੰਦੇ ਨੇ ਉਹ ਅੰਦਰ ਕਿਵੇਂ ਪਾਰਟੀਸਪੇਟ ਕਰਨਗੇ? ਸੋ ਇਸ ਕਰਕੇ ਇਹ ਮੈਨੂੰ ਜੋ ਲੱਗ ਰਿਹਾ ਕਿ ਇਹਦੇ ਵਿੱਚ ਸਾਰੇ ਹੀ ਦੋਸ਼ੀ ਨੇ, ਕੋਈ ਵੀ ਕਿਸੇ ਨੂੰ ਸਹੀ ਸਥਿਤੀ ਨਹੀਂ ਦੱਸ ਰਿਹਾ, ਜਿਹਦੇ ਕਰਕੇ ਇਹ ਸਾਰਾ ਬਖੇੜਾ ਖੜਾ ਹੋਇਆ। ਔਰ ਇਹ ਉਦੋਂ ਤੱਕ ਹੱਲ ਵੀ ਨਹੀਂ ਹੋਊਗਾ ਜਦੋਂ ਤੱਕ ਤੁਸੀਂ ਸਾਰੇ ਫੈਕਟਸ ਲੋਕਾਂ ਦੇ ਸਾਹਮਣੇ ਨਹੀਂ ਰੱਖਦੇ। ਗਵਰਨਮੈਂਟ ਆਫ ਇੰਡੀਆ ਕਹਿ ਰਹੀ ਹੈ ਵੀ ਸਾਨੂੰ ਕੰਟਰੀ ਨੂੰ ਲਗਾਤਾਰ ਖਤਰੇ ਵੱਧ ਰਹੇ ਨੇ। ਪਰ ਤੁਸੀਂ ਦੇਖਿਆ ਹੀ ਹੋਣਾ ਕਿ ਹੁਣ ਲਗਾਤਾਰ ਪਿਛਲੇ ਕਈ ਉਹਨਾਂ ਤੋਂ ਡਰੋਨਸ ਆ ਰਹੇ ਹੈ, ਉਹ ਹਥਿਆਰ ਲੈ ਕੇ ਆ ਰਹੇ ਹੈ। ਇੱਥੇ ਵੀ ਅਸੀਂ ਕਮਜ਼ੋਰ ਨਹੀਂ ਸਾਬਿਤ ਹੋ ਰਹੇ ਵੀ ਅਗਰ ਕੋਈ ਮਤਲਬ ਕੰਟਰੀ ਇੰਨੇ ਭਾਰੇ ਹਥਿਆਰ ਲਿਆ ਕੇ 30 ਕਿਲੋਮੀਟਰ ਤੱਕ ਸਾਡੇ ਅੰਦਰ ਵੀ ਵੜ ਜਾਂਦਾ ਹੈ ਔਰ ਸਾਨੂੰ ਪਤਾ ਨਹੀਂ ਚੱਲ ਰਿਹਾ, ਫਿਰ ਸਾਡੀ ਬਾਰਡਰ ਦੇ ਉੱਤੇ ਸਿਕਿਉਰਿਟੀ ਫੋਰਸਿਸ ਬੈਠੀਆਂ ਨੇ ਜਾਂ ਸਾਡੀਆਂ ਸੈਨਾਵਾਂ ਬੈਠੀਆਂ ਨੇ, ਉਹ ਫਿਰ ਕੀ ਕਰ ਰਹੀਆਂ ਨੇ? ਫਿਰ ਉਹਨਾਂ 'ਤੇ ਕਿਉਂ ਸਵਾਲ ਨਹੀਂ ਖੜੇ ਹੋ ਰਹੇ ਵੀ ਕਿਉਂ ਇੱਕ ਡਰੋਨ ਇੱਧਰ ਆ ਗਿਆ? ਅਗਰ ਤੁਹਾਡੇ ਰਡਾਰ ਸਿਸਟਮ ਕੀ ਕਰੇ? ਕੀ ਤੁਹਾਡੇ ਰਡਾਰ ਦੇ ਪਕੜ 'ਚ ਨਹੀਂ? ਅਗਰ ਰਡਾਰ ਦੀ ਪਕੜ 'ਚ ਨਹੀਂ ਹੈਗਾ ਤਾਂ ਫਿਰ ਉਸ ਤਰ੍ਹਾਂ ਦੀ ਟੈਕਨੋਲੋਜੀ ਤੁਸੀਂ ਖਰੀਦੋ ਜਾਂ ਡਿਵੈਲਪ ਕਰੋ। ਮਤਲਬ ਅਸੀਂ ਕੇਵਲ ਦਾਇਰੇ ਵਧਾ ਕੇ ਥੋੜ੍ਹਾ ਨਾ ਗੱਲ ਕਰ ਲਾਂਗੇ। ਜੇ ਤੁਸੀਂ ਦਾਇਰਾ ਵਧਾ ਵੀ ਲਓਗੇ ਤਾਂ ਕੀ ਕਰ ਲੋਗੇ? ਮਤਲਬ ਜਿਹੜੀ BSF ਜਦੋਂ ਆਪਾਂ ਕਹਿੰਦੇ ਹਾਂ ਵੀ 15 ਕਿਲੋਮੀਟਰ ਦੇ ਦਾਇਰੇ ਤੱਕ ਕੰਮ ਨਹੀਂ ਕਰ ਪਾ ਰਹੀ, ਜਿੱਥੋਂ ਹਥਿਆਰ ਅੰਦਰ ਆ ਗਏ, ਅਗਰ ਆਪਾਂ ਉੱਥੇ ਹੀ ਪਕੜ ਨਹੀਂ ਪਾ ਰਹੇ ਤਾਂ ਆਪਾਂ 50 ਕਿਲੋਮੀਟਰ ਤੇ ਕਿਵੇਂ ਪਕੜ ਪਾਵਾਂਗੇ ਉਹਨਾਂ ਨੂੰ? ਉੱਥੇ ਤਾਂ ਹੋਰ ਗਲੀਆਂ ਖੁੱਲ੍ਹ ਜਾਣਗੀਆਂ, ਰਸਤੇ ਬਹੁਤ ਖੁੱਲ੍ਹ ਜਾਣਗੇ। 15 ਕਿਲੋਮੀਟਰ ਦਾ ਦਾਇਰਾ ਤਾਂ ਫਿਰ ਵੀ ਇਹ ਜਿਹਾ ਹੁੰਦਾ ਜਿੱਥੇ ਤੁਸੀਂ ਨਿਗਾਹ ਰੱਖ ਸਕਦੇ ਹੋ। ਦੂਰ ਤੱਕ ਤੁਹਾਡੀਆਂ ਮਤਲਬ ਰਡਾਰ ਸਿਸਟਮ ਨੇ, ਤੁਹਾਡੇ ਕੋਲੇ ਦੂਰਬੀਨਾਂ ਨੇ, ਕਿਸੇ ਵੀ ਤਰ੍ਹਾਂ ਤੁਸੀਂ ਉੱਥੇ ਸਿਸਟਮ 'ਚ ਬਣਾਏ ਹੋਏ ਨੇ। 50 ਕਿਲੋਮੀਟਰ ਤੇ ਕਿਵੇਂ ਕਰੋਗੇ? ਇਹੋ ਜਿਹੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਦੇਣੇ ਪੈਣੇ ਹੈ। ਉਹ ਜਵਾਬ ਤਾਂ ਹੀ ਮਿਲ ਸਕਦੇ ਆ ਜਦੋਂ ਇਸ ਕਿਸਮ ਦੀ ਡਿਸਕਸ਼ਨ ਰੱਖੋਗੇ। ਕਿਤੇ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ, ਅੱਛੀ ਗੱਲ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਇੱਥੇ ਡਿਸਕਸ਼ਨ ਪ੍ਰੋਪਰ ਹੋ ਪਾਏਗੀ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਹੈ ਕਿ ਇਸ ਇਸ਼ੂ ਨੂੰ ਲੈ ਕੇ ਜਿੰਨੇ ਲੋਕ ਪਹਿਲਾਂ ਤੋਂ ਹੀ ਇਸ ਦੇ ਖਿਲਾਫ ਨੇ ਉਹੀ ਉੱਥੇ ਮੈਕਸਿਮਮ ਨੇ। ਵਿਧਾਨ ਸਭਾ ਦੇ ਵਿੱਚ 117 ਚੋਂ 115 ਬੰਦੇ ਜਿਹੜੇ ਨੇ ਜਾਂ ਅਗਰ ਕੈਪਟਨ ਅਮਰਿੰਦਰ ਸਿੰਘ ਵੀ ਕਿਉਂਕਿ MLA ਹੈਗੇ ਨੇ, ਅਗਰ ਉਹ ਵਿਰੋਧ ਕੀ ਉੱਥੇ ਸ਼ਾਮਲ ਹੋਣਗੇ? ਅੱਜ ਮੈਨੂੰ ਇਹ ਪੁੱਛਣਾ ਭੁੱਲ ਗਿਆ ਕੈਪਟਨ ਸਾਹਿਬ ਉਹਨਾਂ ਤੋਂ, ਇੱਕ ਸਵਾਲ ਕਰਨਾ ਬਣਦਾ ਸੀ ਵੀ ਕੀ ਕੈਪਟਨ ਸਾਹਿਬ ਪਾਰਟੀਸਪੇਟ ਕਰਨਗੇ ਕਿ ਨਹੀਂ ਕਰਨਗੇ? ਕੀ ਉੱਥੇ ਇਹ ਫੈਕਟ ਜੋ ਉਹਨਾਂ ਨੇ ਅੱਜ ਇੱਥੇ ਸਾਡੇ ਕੋਲੇ ਰੱਖੇ ਨੇ ਮੀਡੀਆ 'ਚ, ਕੀ ਇਹ ਵਿਧਾਨ ਸਭਾ ਦੇ ਸੈਸ਼ਨ 'ਚ ਰੱਖਣਗੇ ਕਿ ਨਹੀਂ ਰੱਖਣਗੇ? ਇਸ ਤਰ੍ਹਾਂ ਦੇ ਸਵਾਲ ਸੀਗੇ, ਮੈਨੂੰ ਲੱਗਦਾ ਕਿ ਜਿਹੜੇ ਉੱਥੇ ਪੁੱਛੇ ਜਾਣੇ ਚਾਹੀਦੇ ਸੀਗੇ ਕੈਪਟਨ ਸਾਹਿਬ ਨੂੰ, ਔਰ ਜੋ ਇਹ ਸ਼ਾਇਦ ਨਹੀਂ ਪੁੱਛਿਆ ਗਿਆ। ਦੂਸਰਾ ਜਿਹੜਾ ਇਸ਼ੂ ਉਹਨਾਂ ਨੇ ਆਪਣੀ, ਇਹ ਤਾਂ BSF ਵਾਲਾ ਇਸ਼ੂ ਹੈ, ਜਿਹੜਾ ਇੱਕ ਉਹਨਾਂ ਨੇ ਆਪਣੀ ਅਲੱਗ ਤੋਂ ਪਾਰਟੀ ਬਣਾਉਣ ਦੀ ਗੱਲ ਕੀਤੀ। ਅੱਜ ਉਹਨਾਂ ਨੇ ਬਹੁਤ ਕਲੈਰੀਫਿਕੇਸ਼ਨ ਨਾਲ ਕਲੈਰੀਫਾਈ ਕਰਤਾ ਹੈ ਕਿ ਉਹ ਇੱਕ ਨਵੀਂ ਪਾਰਟੀ ਬਣਾਉਣਗੇ। ਪਹਿਲਾਂ ਹਾਲਾਂਕਿ ਉਹਨਾਂ ਨੇ ਕਿਹਾ ਸੀਗਾ ਕਿ ਉਹ BJP ਨਾਲ ਸਾਂਝ ਪਾਉਣਗੇ,
ਪਰ ਅੱਜ ਉਹਨਾਂ ਨੇ ਬਹੁਤ ਸਪਸ਼ਟ ਕਿਹਾ ਹੈ ਕਿ ਉਹ ਬੀਜੇਪੀ ਨਾਲ ਗੱਠਜੋੜ ਨਹੀਂ ਕਰਨਗੇ, ਸੀਟ ਸ਼ੇਅਰਿੰਗ ਕਰਨਗੇ ਕਿ ਜਿੱਥੇ ਉਹਨਾਂ ਦੇ ਬੰਦੇ ਖੜਨਗੇ ਉੱਥੇ ਬੀਜੇਪੀ ਦੇ ਬੰਦੇ ਨਹੀਂ ਖੜਨਗੇ, ਜਿੱਥੇ ਬੀਜੇਪੀ ਆਪਣੇ ਬੰਦੇ ਖੜਾਏਗੀ ਉੱਥੇ ਇਹ ਪਾਰਟੀ ਆਪਣੇ ਬੰਦੇ ਨਹੀਂ ਖੜੇ ਕਰੇਗੀ। ਪਰ ਇਹ ਨਾਲ ਉਹਨਾਂ ਨੇ ਇੱਕ ਰਾਈਡਰ ਵੀ ਲਗਾਤਾ ਕਿ ਉਦੋਂ ਹੋਏਗਾ ਜਦੋਂ 3 ਖੇਤੀ ਕਾਨੂੰਨ ਤੇ ਕੋਈ ਫੈਸਲਾ ਹੋਏਗਾ। ਇਹ ਨਹੀਂ ਉਹਨਾਂ ਨੇ ਕਿਹਾ ਕਿ ਰੱਦ ਹੋਣਗੇ, ਉਹਨਾਂ ਨੇ ਕਿਹਾ ਕਿ ਇਸ ਇਸ਼ੂ ਦੇ ਉੱਤੇ ਕੋਈ ਫੈਸਲਾ ਹੋਏਗਾ ਤਾਂ। ਹੁਣ ਮੈਨੂੰ ਇਸ ਇਸ਼ੂ ਨੂੰ ਲੈ ਕੇ ਉਹਨਾਂ ਨੇ ਇੱਕ ਅੱਜ ਸਪਸ਼ਟ ਤੌਰ ਤੇ ਅੱਜ ਹੋਰ ਵੀ ਕਿਹਾ ਕਿ ਉਹ ਕੱਲ੍ਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ। ਜਿਹੜੀ ਪੁਆਇੰਟ ਦੇ ਉੱਤੇ ਉਹ ਗੱਲ ਕਹਿਣੀ ਚਾਹੁੰਦੇ ਸੀ ਕੈਪਟਨ ਸਾਹਿਬ, ਉਹ ਇਹ ਸੀ ਕਿ ਉਹ ਪਹਿਲਾਂ ਵੀ 3-4 ਮੀਟਿੰਗਾਂ ਇਸ ਇਸ਼ੂ ਨੂੰ ਲੈ ਕੇ ਅਮਿਤ ਸ਼ਾਹ ਹੋਰਾਂ ਨਾਲ ਕਰ ਚੁੱਕੇ ਹੈ। ਉਹਨਾਂ ਨੇ ਕਹਿਣਾ ਸੀਗਾ ਵੀ ਕਿਉਂਕਿ ਜਿਹੜੇ ਕਿਸਾਨ ਸੰਗਠਨ ਨੇ ਉਹਨਾਂ ਨੇ ਸਾਫ਼ ਤੌਰ ਤੇ ਕਹਿਤਾ ਹੈ ਕਿ ਉਹ ਬਿਲਕੁਲ ਵੀ ਕਿਸੇ ਪੋਲੀਟੀਕਲ ਬੰਦੇ ਨੂੰ ਆਪਣੇ ਸੰਘਰਸ਼ 'ਚ ਸ਼ਾਮਿਲ ਨਹੀਂ ਹੋਣ ਦੇਣਗੇ। ਇਸ ਕਰਕੇ ਕਹਿੰਦੇ ਵੀ ਅਸੀਂ ਤਾਂ ਉਹਨਾਂ ਨਾਲ ਗੱਲ ਕਰ ਨਹੀਂ ਸਕਦੇ ਕਿਉਂਕਿ ਗਵਰਨਮੈਂਟ ਆਫ ਇੰਡੀਆ ਨਾਲ ਉਹਨਾਂ ਦੀ ਲੜਾਈ ਹੈ। ਉਹ ਆਪਣੇ ਲੈਵਲ ਤੇ ਸਿੱਧੇ ਤੌਰ ਤੇ ਵੀ ਗੱਲਬਾਤ ਹੋ ਰਹੀ ਹੈ ਔਰ ਬੈਕਡੋਰ ਐਂਟਰੀਆਂ ਤੇ ਵੀ ਗੱਲਬਾਤ ਹੋ ਰਹੀ ਹੈ ਕਿ ਚਲੋ ਇੰਨਾ ਤੁਸੀਂ ਕਰ ਲਓ, ਇੰਨਾ ਅਸੀਂ ਕਰ ਲੈਣੇ, ਇਸ ਤਰ੍ਹਾਂ ਦੀ ਵੀ ਗੱਲਾਂ-ਬਾਤਾਂ ਹੋ ਰਹੀਆਂ ਨੇ। ਤਾਂ ਉਸ ਇਸ਼ੂ ਨੂੰ ਲੈ ਕੇ ਵੀ ਉਹਨਾਂ ਨੇ ਅੱਜ ਕਿਹਾ ਵੀ ਮੈਨੂੰ ਲੱਗਦਾ ਕਿ ਇਹ ਇਸ਼ੂ ਹੱਲ ਹੋ ਜਾਏਗਾ। ਤੀਸਰੀ ਜਿਹੜੀ ਗੱਲ ਉਹ ਮੈਂ ਤੁਹਾਨੂੰ ਦੱਸਿਆ ਹੀ ਹੈ ਵੀ ਜਿਹੜੀ ਉਹਨਾਂ ਨੇ ਆਪਣਾ ਇੱਕ ਡਾਕੂਮੈਂਟ ਪੇਸ਼ ਕੀਤਾ ਹੈ, ਪੋਲੀਟੀਕਲ ਜਿਹੜੇ 4.5 ਸਾਲ ਸਰਕਾਰ ਚਲਾਈ ਹੈ, ਉਹ ਮੈਨੂੰ ਕੋਈ ਬਹੁਤਾ ਜਚਿਆ ਨਹੀਂ। ਉਹ ਇਸ ਕਰਕੇ ਕਿ ਮੈਕਸਿਮਮ ਜਿਹੜੀ ਇਸ਼ੂਜ਼ ਦੇ ਉੱਤੇ ਸਰਕਾਰ ਦੀ ਛਵੀ ਖਰਾਬ ਹੋ ਰਹੀ ਹੈ ਉਹ ਇਸ 'ਚ ਟੱਚ ਨਹੀਂ ਕੀਤੇ ਹੋਏ। ਬਰਗਾੜੀ ਉੱਤੇ ਉਹਨਾਂ ਨੇ ਕੁਛ ਨਹੀਂ ਕਿਹਾ, ਜਸਟ ਇਹ ਕਿਹਾ ਤਾਂ ਵੀ ਸਿੱਟ ਬਣਾਤੀ ਹੈ, ਉਹ ਉੱਥੇ ਪਈ ਹੈ। ਡਰੱਗਸ ਦੇ ਉੱਤੇ ਨੇ ਕਿਹਾ ਕਿ ਸਿੱਟ STF ਬਣਾਤੀ ਹੈ, ਉਹਦੀ ਭਾਈ STF ਬਣਾਤੀ ਤਾਂ ਉਹਦੀ ਰਿਪੋਰਟ ਉਹਨੇ ਜਿਹੜੀ 3 ਸਾਲ ਪਹਿਲਾਂ ਦਿੱਤੀ ਸੀ ਉਹਦੇ ਹੋਇਆ ਕੀ, ਇਸ ਦਾ ਉਹਨਾਂ ਕੋਲੇ ਕੋਈ ਜਵਾਬ ਨਹੀਂ। ਆਖਿਰ ਉਹ STF ਦੀ ਰਿਪੋਰਟ 3.5 ਸਾਲ 'ਚ ਕਿਉਂ ਨਹੀਂ ਖੁਲਵਾਈ ਗਈ? ਜਦੋਂ ਇਹ ਸਵਾਲ ਨੇ ਜਿਨ੍ਹਾਂ ਨੂੰ ਲੈ ਕੇ ਕੈਪਟਨ ਸਾਹਿਬ ਦੇ ਉੱਤੇ ਹਮਲੇ ਹੋ ਰਹੇ ਆ, ਜਿਹੜਾ ਉਹਨਾਂ ਨੂੰ ਮੁੱਖ ਮੰਤਰੀ ਦੇ ਪਦ ਤੋਂ ਹਟਾਇਆ ਗਿਆ, ਉਹ ਇਹ ਇਸ਼ੂਜ਼ ਨੇ। ਉਹਨਾਂ ਦੇ ਉੱਤੇ ਕੀ ਕੀਤਾ ਉਸ ਦੇ ਉੱਤੇ ਤਾਂ ਇਸ ਪੂਰੇ ਡਾਕੂਮੈਂਟ ਦੇ ਵਿੱਚ ਕੋਈ ਜਵਾਬ ਨਹੀਂ ਹੈ। ਉਹਨਾਂ ਨੇ ਕਹਿਤਾ ਕਿ STF ਬਣਾਤੀ, STF ਬਣਾਉਣਾ ਹੀ ਇਕੱਲਾ ਇੱਕ ਉਹ ਸੀਗਾ। STF ਨੇ ਕੀਤਾ ਕੀ? ਜਿਹੜਾ STF ਨੇ ਕਰਤਾ ਉਹ ਅਦਾਲਤ ਤੱਕ ਲੈ ਕੇ ਕਿਉਂ ਨਹੀਂ ਗਏ? ਕਿਉਂ ਨਹੀਂ ਤਾਂ ਤੁਹਾਡਾ ਐਡਵੋਕੇਟ ਜਨਰਲ ਜਿਹੜਾ ਹੈਗਾ 3.5 ਸਾਲ ਦੇ ਵਿੱਚ ਉਸ ਰਿਪੋਰਟ ਨੂੰ ਖੁਲਵਾ ਸਕਿਆ? ਜੇ ਉਹ ਰਿਪੋਰਟ ਖੁੱਲ੍ਹ ਜਾਂਦੀ, ਪਬਲਿਕ ਦੇ ਸਾਹਮਣੇ ਨਸ਼ਰ ਹੋ ਜਾਂਦੀ, ਤਾਂ ਪਤਾ ਚੱਲ ਜਾਣਾ ਸੀ ਕਿ ਕੌਣ ਲੋਕ ਇਨਵੋਲਵ ਨੇ, ਕਿੰਨਾਂ ਦੀਆਂ ਬਾਰੇ ਜਿਹੜੀ STF ਦੇ ਵਿੱਚ ਉਹਨਾਂ ਨੇ ਕਿਹਾ, ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਇਸ਼ੂਜ਼ ਦੇ ਉੱਤੇ ਇਹਨਾਂ ਬੰਦਿਆਂ ਦੇ ਉੱਤੇ ਹੋਰ ਗਹਿਨਤਾ ਨਾਲ ਜਾਂਚ ਕਰਨ ਦੀ ਲੋੜ ਹੈ। ਇਹ ਸਭ ਸਾਹਮਣੇ ਆਉਣਾ ਚਾਹੀਦਾ ਸੀ, ਪਰ ਕਿਉਂਕਿ 3.5 ਸਾਲ ਹੁਣ ਉਸ 'ਤੇ ਕੋਈ ਕੰਮ ਨਹੀਂ ਹੋਇਆ, ਉਹ ਰਿਪੋਰਟ ਸੀਲ ਬੰਦ ਹੀ ਪਈ ਹੈ। ਕੱਲ੍ਹ ਵੀ ਹਾਈ ਕੋਰਟ ਦੇ ਵਿੱਚ ਕੇਸ ਲੱਗਿਆ, ਹਾਈ ਕੋਰਟ ਨੇ 18 ਨਵੰਬਰ ਦੀ ਡੇਟ ਪਾਤੀ ਹੈ, ਯਾਨੀ ਕਿ 1 ਮਹੀਨਾ ਹੋਰ ਅੱਗੇ ਪੈ ਗਿਆ। ਅਗਰ ਇੱਕ ਡੇਟ ਹੋਰ ਪੈ ਜਾਂਦੀ ਹੈ ਤਾਂ ਇਸ਼ੂ ਹੀ ਖਤਮ ਹੋ ਜਾਏਗਾ, ਕਿਉਂਕਿ ਉਹ ਦਸੰਬਰ 'ਚ ਤਾਂ ਕੋਡ ਆਫ ਕੰਡਕਟ ਲੱਗ ਜਾਏਗਾ। ਤਾਂ ਸਵਾਲ ਇਹ ਹੈ ਕਿ ਫਿਰ ਇਸ ਇਸ਼ੂ ਦਾ ਹੋਇਆ ਕੀ ਅਸੀਂ ਇਸ ਇਸ਼ੂ ਨੂੰ ਹੱਲ ਕਰ ਲਿਆ? ਕਿ ਪੰਜਾਬ ਦੇ ਵਿੱਚ ਅੱਜ ਨਸ਼ਾ ਨਹੀਂ ਵਿਕ ਰਿਹਾ? ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਸੀ ਉਹਦੇ ਵਿੱਚ ਜਵਾਬ ਵੀ ਕੈਪਟਨ ਸਾਹਿਬ ਨੇ ਨਹੀਂ ਦਿੱਤੇ। ਹਰ ਗੱਲ 'ਤੇ ਉਹ ਇਹੀ ਕਹੀ ਗਿਆ ਕਿ ਉਹਨਾਂ ਨੇ SIT ਬਣਾਤੀ, ਉਹਨਾਂ ਨੇ STF ਬਣਾਤੀ। ਸਵਾਲ ਇਹ ਉੱਥੇ ਹੀ ਖੜੇ ਰਹਿਣਗੇ ਜਦ ਤੱਕ ਇਹਨਾਂ ਦੇ ਉੱਤੇ ਕੋਈ ਹੱਲ ਨਹੀਂ ਹੁੰਦਾ। ਇਸ ਤਰ੍ਹਾਂ ਹੀ ਦੇਖੋ PPS ਦੇ ਉੱਤੇ ਸਵਾਲ ਹੁੰਦਾ, ਬਿਜਲੀ ਦੇ ਇਸ਼ੂ ਦੇ ਉੱਤੇ। ਬਿਜਲੀ ਪੰਜਾਬ ਦੇ ਵਿੱਚ ਬਹੁਤ ਮਹਿੰਗੀ ਹੈ, ਇਹਨੂੰ ਸਸਤੀ ਕਰਨ ਦੇ ਉੱਤੇ ਕੋਈ ਕੰਮ ਨਹੀਂ ਹੋ ਰਿਹਾ। ਪ੍ਰਾਈਵੇਟ ਬਿਜਲੀ ਸੈਕਟਰ ਨਾਲ ਜਿਹੜੀ ਸਮਝੌਤੇ ਹੋਏ, ਕਾਂਗਰਸ ਨੇ ਆਪਣੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨੂੰ ਇਹ ਗੱਲ ਕਹੀ ਕਿ ਉਹ ਇਹ ਸਾਰੇ ਸਮਝੌਤੇ ਰੱਦ ਕਰਨਗੇ। ਪੂਰੇ 4.5 ਸਾਲ ਹੋ ਗਏ ਹੈ। ਇਹਨਾਂ 4.5 ਸਾਲਾਂ ਦੇ ਵਿੱਚ ਪਹਿਲਾਂ ਤਾਂ ਕੈਪਟਨ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਉਦੋਂ ਵੀ ਇਹ ਸਵਾਲ ਆਇਆ ਸੀ ਤਾਂ ਉਹਨਾਂ ਨੇ ਕਹਿਤਾ ਸੀ ਵੀ ਇਹ ਸਮਝੌਤੇ ਰੱਦ ਨਹੀਂ ਹੋਣਗੇ, ਕਿਉਂਕਿ ਅਗਰ ਅਸੀਂ ਇਹਨੂੰ ਰੱਦ ਕਰਦੇ ਹਾਂ ਤਾਂ ਇਹਦਾ ਅਸਰ ਜਿਹੜਾ ਹੈਗਾ ਪੰਜਾਬ ਦੀ ਇਨਵੈਸਟਮੈਂਟ 'ਤੇ ਪਏਗਾ। ਪੰਜਾਬ ਦੇ ਵਿੱਚ ਕੋਈ ਵੱਡਾ ਘਰਾਣਾ ਜਿਹੜਾ ਹੈਗਾ ਉਹ ਇਨਵੈਸਟ ਨਹੀਂ ਕਰੇਗਾ। ਇਸ ਇਸ਼ੂ ਨੂੰ ਲੈ ਕੇ ਨਾ ਤਾਂ ਕੰਪਨੀਆਂ ਨਾਲ ਕੋਈ ਗੱਲਬਾਤ ਕੀਤੀ ਗਈ ਹੈ ਕਿ ਉਹ ਰੇਟ ਘਟਾਉਣ, ਉਹ ਜਿਹੜੇ ਓਵਰ ਚਾਰਜਿੰਗ ਸਾਡੇ 'ਤੇ ਕਰ ਰਹੇ ਨੇ, ਜਿਹਦਾ ਭਾਰ ਜਿਹੜਾ ਹੈਗਾ ਆਮ ਲੋਕਾਂ 'ਤੇ ਪੈ ਰਿਹਾ, ਉਹਨੂੰ ਘਟਾਉਣ।
ਉਹਦੇ ਉੱਤੇ ਕੋਈ ਕੰਮ ਨਹੀਂ ਹੋ ਰਿਹਾ ਹੈਗਾ। ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਇਸ਼ੂਜ਼ ਵੀ ਹੈਗੇ ਨੇ ਜਿਹੜੇ ਵੱਡੇ ਨੇ, ਜਿਨ੍ਹਾਂ ਨੂੰ ਲੈ ਕੇ ਸਰਕਾਰ ਬਣੀ ਸੀ ਕਾਂਗਰਸ ਦੀ, ਉਹ ਇਸ਼ੂਜ਼ ਹਜੇ ਤੱਕ ਹੱਲ ਨਹੀਂ ਹੋਏ ਹੈਗੇ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਅਗਰ ਉਹ ਆਪਣੀ ਪੋਲੀਟੀਕਲ ਪਾਰਟੀ ਬਣਾ ਵੀ ਲੈਣਗੇ ਤਾਂ ਲੋਕਾਂ ਕੋਲੇ ਕਿਸ ਮੂੰਹ ਨਾਲ ਜਾਣਗੇ, ਕਿਉਂਕਿ ਲੋਕ ਤਾਂ ਫਿਰ ਇਹ ਸਵਾਲ ਕਰਨਗੇ ਨਾ ਜੀ, ਕੈਪਟਨ ਸਾਹਿਬ ਤੁਸੀਂ ਅੱਜ ਇਹ ਗੱਲ ਕਹਿ ਰਹੇ ਹੋ ਤਾਂ 4.5 ਸਾਲ 'ਚ ਤੁਸੀਂ ਫਿਰ ਇਹ ਕਿਉਂ ਨਹੀਂ ਕੀਤਾ, ਤੁਹਾਨੂੰ ਇਹ ਕਰਨਾ ਚਾਹੀਦਾ ਸੀਗਾ। ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਉਹਨਾਂ ਕੋਲੇ ਅੱਜ, ਇਸ ਕਰਕੇ ਉਹਨਾਂ ਨੇ ਜਦੋਂ ਇਹ ਸਵਾਲ ਪੁੱਛਿਆ ਗਿਆ ਸੀ ਉਹਨਾਂ ਤੋਂ ਕਿ ਤੁਸੀਂ ਕਿਹੜੇ ਇਸ਼ੂਜ਼ ਨੂੰ ਲੈ ਕੇ ਜਾਓਗੇ, ਤਾਂ ਉਹਨਾਂ ਕੋਲੇ ਕੋਈ ਜਵਾਬ ਹੀ ਨਹੀਂ ਸੀਗਾ। ਉਹਨਾਂ ਨੇ ਕਿਹਾ ਜੀ ਹਜੇ ਸਾਡੀ ਟੀਮਾਂ ਜਿਹੜੀਆਂ ਨੇ ਉਸ 'ਤੇ ਮਤਲਬ ਮੰਥਨ ਕਰ ਰਹੀਆਂ ਨੇ, ਸਾਡਾ ਮੈਨੀਫੈਸਟੋ ਬਣੇਗਾ। ਤਾਂ ਮੈਨੂੰ ਲੱਗਦਾ ਕਿ ਜੇ ਕੋਈ ਇਸ ਤਰ੍ਹਾਂ ਦੇ ਜਿਹੜੇ ਵੱਡੇ ਇਸ਼ੂਜ਼ ਹੁੰਦੇ ਨੇ ਉਹਨਾਂ 'ਤੇ ਤਾਂ ਸਵਾਲ ਹੋ ਹੀ ਸਕਦੇ ਸੀ, ਉਹ ਦੱਸ ਸਕਦੇ ਸੀ ਕਿ ਵੀ ਆਹ 4 ਮੁੱਦੇ ਨੇ, ਮੈਂ ਇਹ 4 ਮੁੱਦੇ ਲੈ ਕੇ ਜਾਊਂਗਾ। ਤਾਂ ਉਹਨਾਂ ਨੇ ਤਾਂ ਕੁਝ ਦੱਸਿਆ ਹੀ ਨਹੀਂ ਅਜੇ ਦੇ ਉੱਤੇ। ਹਾਂ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ। ਸੋ ਫਿਲਹਾਲ ਦੇ ਲਈ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ, ਭਲਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।